ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਰੀਡਿੰਗ ਦੇ ਕੁਝ ਟਿਪਸ ਦੇਣ ਜਾ ਰਹੀ ਹਾਂ ਜਿਸ ਦੇ ਨਾਲ ਤੁਸੀਂ ਆਪਣਾ ਬੈਂਡ ਸਕੋਰ ਬਹੁਤ ਜ਼ਿਆਦਾ ਇੰਪਰੂਵ ਕਰ ਸਕਦੇ ਹੋ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਰੀਡਿੰਗ ਦੇ ਸਾਰੀਆਂ ਟਾਈਪਸ ਦੱਸੂੰਗੀ ਐਂਡ ਉਸ ਤੋਂ ਬਾਅਦ ਆਪਾਂ ਫਸਟ ਇਹਦੀ ਜਿਹੜੀ ਆਪਸ਼ਨ ਹੈ ਸ਼ਾਰਟ ਆਨਸਰ ਕੁਐਸਚਨਸ, ਉਹਦੇ ਬਾਰੇ ਤੁਹਾਨੂੰ ਮੈਂ ਟਿਪਸ ਦਊਂਗੀ ਪਲੱਸ ਸਟ੍ਰੈਟਜੀਸ ਦੱਸੂੰਗੀ। ਇਹਨਾਂ ਆਨਸਰਸ ਨੂੰ ਆਪਾਂ ਕਿੱਦਾਂ ਫਾਈਂਡ ਆਊਟ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਕੁਝ ਕੁਐਸਚਨਸ ਪ੍ਰੈਕਟਿਸ ਦੇ ਕਰਾਂਗੇ, ਠੀਕ ਹੈ। ਐਂਡ ਪਲੱਸ ਤੁਹਾਨੂੰ ਲਾਈਕ ਹੋਮਵਰਕ ਵੀ ਮਿਲੂਗਾ, ਠੀਕ ਹੈ, ਜਿਸ ਦੇ ਵਿੱਚ 4 to 5 ਕੁਐਸਚਨਸ ਹੋਣਗੇ, ਉਹ ਤੁਸੀਂ ਖੁਦ ਅਟੈਂਪਟ ਕਰਨੇ ਹੋਣਗੇ। ਮਤਲਬ ਕਿ ਅੱਜ ਆਪਾਂ ਫਸਟ ਟਾਈਪ ਕਰਾਂਗੇ। ਫਸਟ ਟਾਈਪ ਦੇ ਤੁਹਾਨੂੰ ਟਿਪਸ ਦੱਸੇ ਜਾਣਗੇ, ਸਟ੍ਰੈਟਜੀਸ ਦੱਸੀ ਜਾਊਗੀ ਕਿ ਕਿੱਦਾਂ ਆਪਾਂ ਨੇ ਇਸ ਕੁਐਸਚਨ ਨੂੰ ਅਟੈਂਪਟ ਕਰਨਾ ਹੁੰਦਾ, ਕਿਸ ਤਰ੍ਹਾਂ ਤੁਸੀਂ ਇਸ ਦਾ ਰਾਈਟ ਆਨਸਰ ਚੂਜ਼ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੀਆਂ ਟਾਈਪਸ ਦੱਸੂੰਗੀ। ਸੋ ਆਇਲਸ ਰੀਡਿੰਗ ਕੁਐਸਚਨ ਟਾਈਪਸ ਕਿਹੜੀਆਂ ਹੁੰਦੀਆਂ। ਫਸਟ ਜੋ ਹੈ ਸ਼ਾਰਟ ਆਨਸਰ ਕੁਐਸਚਨਸ, ਜਿਸ ਦੇ ਬਾਰੇ ਅੱਜ ਆਪਾਂ ਡਿਟੇਲ 'ਚ ਕਰਾਂਗੇ। ਸੈਕਿੰਡ ਹੈ ਜੀ ਮਲਟੀਪਲ ਚੁਆਇਸ। ਥਰਡ ਹੈ ਸਮਰੀ ਕੰਪਲੀਸ਼ਨ ਐਂਡ ਨੈਕਸਟ ਵਨ ਮੈਚਿੰਗ ਸੈਂਟੈਂਸ ਐਂਡਿੰਗਸ, ਸੈਂਟੈਂਸ ਕੰਪਲੀਸ਼ਨ, ਟਰੂ ਫਾਲਸ ਨਾਟ ਗਿਵਨ। ਨੈਕਸਟ ਟਾਈਪ ਹੈ ਜੀ ਉਸ ਤੋਂ ਬਾਅਦ ਮੈਚਿੰਗ ਹੈਡਿੰਗਸ, ਟਿਪਸ ਐਂਡ ਸਟ੍ਰੈਟਜੀਸ, ਲੇਬਲਿੰਗ ਆ ਡਾਇਗ੍ਰਾਮ, ਮੈਚ ਇਨਫੋਰਮੇਸ਼ਨ ਟੂ ਪੈਰਾਗ੍ਰਾਫਸ। ਸੋ ਇਹ ਸਾਰੀਆਂ ਟਾਈਪਸ ਨੇ ਰੀਡਿੰਗ ਦੀਆਂ, ਠੀਕ ਹੈ ਜੀ। ਸੋ ਆਪਾਂ ਅੱਜ ਕਰਾਂਗੇ ਫਸਟ ਟਾਈਪ ਸ਼ਾਰਟ ਆਨਸਰ ਕੁਐਸਚਨਸ, ਜਿਸ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸੂੰਗੀ ਕਿ ਬੱਚਿਆਂ ਨੂੰ ਕਾਮਨ ਪ੍ਰੋਬਲਮਸ ਕੀ ਆਉਂਦੀਆਂ ਨੇ। ਸੋ ਕਾਮਨ ਪ੍ਰੋਬਲਮਸ ਜੋ ਬੱਚੇ ਫਾਈਂਡ ਆਊਟ ਕਰਦੇ ਨੇ ਉਹ ਹੈਗੀਆਂ ਸਿਨੋਨਿਮਸ ਐਂਡ ਪੈਰਾਫਰੇਜ਼ਿੰਗ। ਸਿਨੋਨਿਮ ਐਂਡ ਪੈਰਾਫਰੇਜ਼ਿੰਗ ਮਤਲਬ ਕਿ ਸਿਨੋਨਿਮ ਮੀਨਿੰਗ ਹੁੰਦਾ ਹੈ ਕਿ ਤੁਹਾਨੂੰ ਇੱਕ ਵਰਡ ਦੇ ਦਿੱਤਾ ਜਾਊ, ਫੋਰ ਐਗਜ਼ਾਮਪਲ ਹਿਊਮਨ ਹੈ, ਹਿਊਮਨਸ ਦੀ ਗੱਲ ਹੋ ਰਹੀ ਹੈ ਅਤੇ ਉੱਧਰ ਤੁਹਾਨੂੰ ਲੋਕੇਸ਼ਨ ਦੇ ਵਿੱਚ ਪੀਪਲ ਲਿਖਿਆ ਜਾਂ ਇੰਡੀਵਿਜੂਅਲਸ ਲਿਖ ਸਕਦੇ ਆ। ਐਂਡ ਪੈਰਾਫਰੇਜ਼ਿੰਗ ਵੀ ਸੇਮ ਹੀ ਮੀਨਿੰਗ ਸੇਮ ਹੋਏਗਾ ਲੇਕਿਨ ਵਰਡਿੰਗ ਚੇਂਜ ਕਰ ਦਿੱਤੀ ਜਾਊਗੀ। ਸੋ ਕਹਿੰਦੇ ਇਹ ਕੀ ਨੇ, ਆਰ ਦਾ ਬਿਗੇਸਟ ਪ੍ਰੋਬਲਮਸ। Students who are unaware of these tend to look for keywords in the text that directly match those in the questions. ਸੋ ਕਹਿੰਦੇ ਕੀ ਹੈ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬੱਚੇ ਕੀ ਹੈ ਕੀਵਰਡਸ ਦੇਖ ਲੈਂਦੇ ਆ। ਸੋ ਉਹਨਾਂ ਨੂੰ ਕਹਿੰਦੇ ਕੀ ਹੈ ਅੱਗੇ ਜਾ ਕੇ ਕਹਿੰਦੇ ਇਹਦੇ ਨਾਲ ਲੋਟ ਆਫ ਟਾਈਮ ਉਹਨਾਂ ਦਾ ਵੇਸਟ ਹੋ ਜਾਂਦਾ। ਦਿਸ ਵੇਸਟਸ ਆ ਲੋਟ ਆਫ ਟਾਈਮ ਐਂਡ ਗੁੱਡ ਟਾਈਮ ਮੈਨੇਜਮੈਂਟ ਇਜ਼ ਅਸੈਂਸ਼ੀਅਲ ਇਨ ਦਾ ਰੀਡਿੰਗ ਟੈਸਟ। ਸੋ ਇਹਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਹੈ। ਸੋ ਕਹਿੰਦੇ ਅਗਰ ਰੀਡਿੰਗ ਪ੍ਰੋਪਰ ਚਾਹੀਦੀ ਹੈ ਤਾਂ ਤੁਹਾਨੂੰ ਟਾਈਮ ਮੈਨੇਜਮੈਂਟ ਵੀ ਹੋਣੀ ਚਾਹੀਦੀ। ਸਿਨੋਨਿਮਸ ਆਰ ਡਿਫਰੈਂਟ ਵਰਡਸ ਦੈਟ ਹੈਵ ਦਾ ਸੇਮ ਮੀਨਿੰਗ। ਕੀ ਹੁੰਦਾ, ਡਿਫਰੈਂਟ ਵਰਡਸ ਹੁੰਦੇ ਆ ਬਟ ਮੀਨਿੰਗ ਕੀ ਹੁੰਦਾ, ਸੇਮ। ਫੋਰ ਐਗਜ਼ਾਮਪਲ ਹਿਊਮਨਸ ਇਜ਼ ਅ ਸਿਨੋਨਿਮ ਆਫ ਪੀਪਲ। ਸੋ ਜਿਵੇਂ ਕਿ ਕਹਿੰਦੇ ਹਿਊਮਨ ਦਾ ਤੁਹਾਨੂੰ ਸਿਨੋਨਿਮ ਕੀ ਦਿੱਤਾ ਹੋ ਸਕਦਾ, ਪੀਪਲ। ਐਂਡ ਅਟਰੈਕਟਿਵ ਇਜ਼ ਅ ਸਿਨੋਨਿਮ ਆਫ ਬਿਊਟੀਫੁਲ। ਅਟਰੈਕਟਿਵ ਇਜ਼ ਅ ਸਿਨੋਨਿਮ ਆਫ ਬਿਊਟੀਫੁਲ। ਜਾਂ ਫਿਰ ਤੁਹਾਨੂੰ ਫੈਸੀਨੇਟਿੰਗ ਵਰਡ ਵੀ ਹੋ ਸਕਦਾ। ਸੋ ਦਿਸ ਮੈਥਡ ਸਿੰਪਲੀ ਰਿਪਲੇਸਿਸ ਵਰਡਸ ਵਿਦ ਦਾ ਸੇਮ ਮੀਨਿੰਗ ਇਨ ਆਰਡਰ ਟੂ ਪ੍ਰੋਡਿਊਸ ਅ ਨਿਊ ਸੈਂਟੈਂਸ। ਸੋ ਇਸੇ ਤਰ੍ਹਾਂ ਮੈਂ ਫੋਰ ਐਗਜ਼ਾਮਪਲ ਦਿੱਤੀ ਹੈ, ਜਿਵੇਂ ਕਿ ਕਹਿੰਦੇ ਦੇਖੋ ਵਰਡ ਚੇਂਜ ਹੋ ਜਾਣਗੇ, ਮੀਨਿੰਗ ਕੀ ਰਹੂਗਾ, ਸੇਮ ਰਹੂਗਾ। ਮਾਈ ਕਾਰ ਨੀਡਸ ਪੈਟਰੋਲ, ਠੀਕ ਹੈ, ਮੇਰੇ ਕਾਰ ਦੇ ਵਿੱਚ ਪੈਟਰੋਲ ਦੀ ਜ਼ਰੂਰਤ ਹੈ। ਮਾਈ ਵਹੀਕਲ ਰਿਕੁਆਇਰਸ ਫਿਊਲ। ਸੋ ਇਹ ਕੀ ਹੋ ਗਿਆ, ਕਾਰ ਦੀ ਜਗ੍ਹਾ ਆਪਾਂ ਵਹੀਕਲ ਵਰਡ ਯੂਜ਼ ਕਰਤਾ ਐਂਡ ਪੈਟਰੋਲ ਦੀ ਜਗ੍ਹਾ ਫਿਊਲ, ਮੀਨਿੰਗ ਤਾਂ ਸੇਮ ਹੈ। ਸੈਕਿੰਡ ਕੁਐਸਚਨ ਇਸੇ ਤਰ੍ਹਾਂ ਸੈਕਿੰਡ ਜੋ ਐਗਜ਼ਾਮਪਲ ਦਿੱਤੀ ਆ, ਵਾਇਲੈਂਟ ਕ੍ਰਾਈਮ ਇਜ਼ ਔਨ ਦਾ ਰਾਈਜ਼ ਅਮੰਗ ਟੀਨਏਜਰਸ। ਵਾਇਲੈਂਟ ਕ੍ਰਾਈਮ ਕਹਿੰਦੇ ਕੀ ਆ, ਟੀਨਏਜਰਸ ਦੇ ਵਿੱਚ ਅੱਜ ਕੀ ਆ, ਮਤਲਬ ਕਿ ਇੱਕ ਤਰ੍ਹਾਂ ਵੱਧ ਰਿਹਾ। ਸੋ ਕੌਣ ਕਰ ਰਹੇ ਸਭ ਤੋਂ ਜ਼ਿਆਦਾ, ਟੀਨਏਜਰਸ ਕਹਿੰਦੇ ਕ੍ਰਾਈਮ ਕਰ ਰਹੇ ਨੇ। ਇਸੇ ਤਰ੍ਹਾਂ ਵਾਇਲੈਂਟ ਓਫੈਂਸਿਸ ਵੀ ਕੀ ਹੁੰਦਾ, ਗੁਨਾਹ ਹੁੰਦਾ। ਆਰ ਰਾਈਜ਼ਿੰਗ ਅਮੰਗ ਯੰਗ ਪੀਪਲ, ਟੀਨਏਜਰਸ ਦੀ ਜਗ੍ਹਾ ਯੰਗ ਪੀਪਲ। ਇਸੇ ਤਰ੍ਹਾਂ ਅਗਰ ਤੁਸੀਂ ਸਿਨੋਨਿਮ ਔਰ ਪੈਰਾਫਰੇਜ਼ਿੰਗ ਫਾਈਂਡ ਕਰ ਲੈਂਦੇ ਹੋ ਰੀਡਿੰਗ ਦੇ ਵਿੱਚ ਤਾਂ ਤੁਸੀਂ ਰੀਡਿੰਗ ਦੇ ਵਿੱਚ ਬਹੁਤ ਵਧੀਆ ਸਕੋਰ ਕਰ ਲੈਂਦੇ ਹੋ। ਤੁਹਾਡਾ ਦਿਮਾਗ ਮਤਲਬ ਕਿ ਚੱਲਣਾ ਚਾਹੀਦਾ ਉੱਥੇ ਕਿ ਹਾਂਜੀ ਸਾਨੂੰ ਕਿਸ ਵਰਡ ਦੀ ਜਗ੍ਹਾ ਕਿਹੜਾ ਵਰਡ ਜਿਹੜਾ ਪੈਰਾਫਰੇਜ਼ਿੰਗ ਜਾਂ ਕਿਸ ਦਾ ਸਿਨੋਨਿਮ ਮਿਲ ਸਕਦਾ। ਨੈਕਸਟ ਕਹਿੰਦੇ ਕੀ ਆ, ਵਰਡ ਲਿਮਿਟ ਕੈਨ ਆਲਸੋ ਕਾਜ਼ ਪੀਪਲ ਟੂ ਥਰੋ ਅਵੇ ਈਜ਼ੀ ਮਾਰਕਸ। ਵਰਡ ਲਿਮਿਟ ਵੀ ਬਹੁਤ ਮੈਟਰ ਕਰਦੀ ਹੈ। ਕਹਿੰਦੇ ਇਫ ਯੂ ਰਾਈਟ ਓਵਰ ਦਾ ਸਟੇਟਡ ਵਰਡ ਲਿਮਿਟ ਯੂ ਵਿਲ ਗੈਟ ਦਾ ਆਨਸਰ ਰੋਂਗ, ਠੀਕ ਹੈ। ਜੇ ਤੁਸੀਂ ਵਰਡ ਲਿਮਿਟ 1 ਵਰਡ ਦੀ ਦਿੱਤੀ ਹੋਈ ਆ ਔਰ ਤੁਸੀਂ 2 ਵਰਡਸ 'ਚ ਆਨਸਰ ਲਿਖ ਰਹੇ ਹੋ ਤਾਂ ਤੁਹਾਡਾ ਆਨਸਰ ਕੀ ਹੋ ਜਾਏਗਾ, ਰੋਂਗ ਹੋ ਜਾਏਗਾ। ਯੂ ਡੋਂਟ ਹੈਵ ਟੂ ਰੀਡ ਐਵਰੀ ਵਰਡ ਆਫ ਦਾ ਟੈਕਸਟ। ਤੁਹਾਨੂੰ ਕੋਈ ਵੀ ਇੱਦਾਂ ਨਹੀਂ ਕਿ ਸਾਰੇ ਵਰਡ ਤੁਸੀਂ ਰੀਡ ਕਰਨੇ। ਦੀਸ ਕੁਐਸਚਨਸ ਟੈਸਟ ਯੂਅਰ ਐਬਿਲਿਟੀ ਟੂ ਸਕਿਮ ਐਂਡ ਸਕੈਨ ਫॉर ਸਪੈਸੀਫਿਕ ਇਨਫੋਰਮੇਸ਼ਨ। ਸੋ ਕਹਿੰਦੇ ਜਿਹੜੇ ਇਹ ਕੁਐਸਚਨ ਹੈ ਤੁਹਾਡੀ ਐਬਿਲਿਟੀ ਕੀ ਚੈੱਕ ਕੀਤੀ ਜਾਂਦੀ ਹੈ ਕਿ ਤੁਸੀਂ ਸਕਿਮ ਅਤੇ ਸਕੈਨ ਕਿੱਦਾਂ ਕਰਦੇ ਹੋ। ਯੂ ਆਲਸੋ ਵੋਂਟ ਹੈਵ ਟਾਈਮ ਟੂ ਰੀਡ ਐਵਰੀ ਵਰਡ। ਸੋ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਤੁਸੀਂ ਹਰੇਕ ਵਰਡ ਨੂੰ ਲਾਈਕ ਰੀਡ ਕਰੋ, ਡੀਪ ਰੀਡਿੰਗ ਕਰੋ। ਸਟੂਡੈਂਟਸ ਆਫਨ ਸੀ ਅ ਵਰਡ ਦੇ ਡੋਂਟ ਅੰਡਰਸਟੈਂਡ ਇਨ ਦਾ ਕੁਐਸਚਨ ਔਰ ਟੈਕਸਟ।
ਕਹਿੰਦੇ ਕੀ ਕਰਦੇ ਬੱਚਿਆਂ ਨੂੰ ਇੱਦਾਂ ਦਾ ਵਰਡ ਮਿਲ ਜਾਂਦਾ ਜਿਨ੍ਹਾਂ ਦਾ ਉਹਨਾਂ ਨੂੰ ਮੀਨਿੰਗ ਨਹੀਂ ਪਤਾ ਹੁੰਦਾ ਐਂਡ ਈਦਰ ਪੈਨਿਕ ਔਰ ਸਪੈਂਡ ਟੂ ਮਚ ਟਾਈਮ ਥਿੰਕਿੰਗ ਅਬਾਊਟ ਦਾ ਮੀਨਿੰਗ। ਅਤੇ ਉਹ ਕੀ ਕਰਦੇ ਆ, ਬਹੁਤ ਜ਼ਿਆਦਾ ਪੈਨਿਕ ਹੋ ਜਾਂਦੇ ਆ ਅਤੇ ਉਸੇ ਵਰਡ 'ਤੇ ਵੀ ਸਾਨੂੰ ਮੀਨਿੰਗ ਨਹੀਂ ਪਤਾ, ਉਸੇ 'ਤੇ ਕਾਫੀ ਸਾਰਾ ਟਾਈਮ ਵੇਸਟ ਕਰ ਦਿੰਦੇ ਆ। ਸਮ ਸਟੂਡੈਂਟ ਟਰਾਈ ਟੂ ਰਾਈਟ ਫੁੱਲ ਸੈਂਟੈਂਸਿਸ, your answers don't have to be grammatically correct, so stay under the word limit। ਕਈ ਬੱਚੇ ਫੁੱਲ ਸੈਂਟੈਂਸ ਲਿਖ ਦਿੰਦੇ ਆ ਕਿ ਹਾਂਜੀ ਜੇ ਸਾਨੂੰ ਲਾਈਕ ਜਿਵੇਂ ਉਹਨਾਂ ਨੂੰ ਲੋਕੇਸ਼ਨ ਮਿਲ ਗਈ ਤਾਂ ਤੁਸੀਂ ਵਰਡ ਲਿਮਿਟ ਵੀ ਦੇਖਣੀ ਹੈ, ਗ੍ਰਾਮੈਟੀਕਲੀ ਵੀ ਦੇਖਣਾ ਤੁਹਾਡਾ ਆਨਸਰ ਸਹੀ ਹੋਵੇ। ਸੋ ਹੁਣ ਆਨਸਰ ਸ਼ਾਰਟ ਕੁਐਸਚਨਸ ਨੂੰ ਕਰਨ ਦੀਆਂ ਟਿਪਸ ਕੀ ਨੇ, ਕਿੱਦਾਂ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਫਸਟ ਟਿਪ ਹੈ ਦ ਆਨਸਰਸ ਅਪੀਅਰ ਇਨ ਦਾ ਸੇਮ ਆਰਡਰ ਐਜ਼ ਦਾ ਟੈਕਸਟ। ਜੋ ਤੁਹਾਨੂੰ ਆਨਸਰ ਮਿਲਣਗੇ ਉਹ ਸੇਮ ਆਰਡਰਸ ਦੇ ਵਿੱਚ ਮਿਲਣਗੇ, ਠੀਕ ਹੈ ਜੀ। Look at and understand a question first before you start reading the text। ਕੀ ਕਰਨਾ ਤੁਸੀਂ, ਕੁਐਸਚਨ ਨੂੰ ਚੰਗੀ ਤਰ੍ਹਾਂ ਰੀਡ ਕਰਨਾ, ਉਸ ਤੋਂ ਬਾਅਦ ਕਹਿੰਦੇ ਵਟ ਇਜ਼ ਦਾ ਕੁਐਸਚਨ ਐਕਚੁਅਲੀ ਆਸਕਿੰਗ, ਤੁਹਾਤੋਂ ਰਿਕੁਆਇਰਮੈਂਟ ਕੀ ਮੰਗੀ ਗਈ ਹੈ ਕਿ ਕੁਐਸਚਨ ਦੀ ਰਿਕੁਆਇਰਮੈਂਟ ਕੀ ਹੈ। ਯੂ ਵਿਲ ਪ੍ਰੋਬੇਬਲੀ ਬੀ ਗਿਵਨ ਅ ਵਰਡ ਲਿਮਿਟ, ਫॉर ਐਗਜ਼ਾਮਪਲ no more than 3 words and or number। ਕਹਿੰਦੇ ਜੇ ਤੁਹਾਨੂੰ ਉੱਤੇ ਦਿੱਤਾ ਹੋਇਆ ਵਰਡ ਲਿਮਿਟ ਵੀ ਤੁਹਾਡਾ ਆਨਸਰ no more than 3 words 'ਚ ਆਊਗਾ ਐਂਡ ਔਰ ਆ ਨੰਬਰ, ਮੇਕ ਸ਼ੋਰ ਯੂ ਡੋਂਟ ਗੋ ਓਵਰ ਦਿਸ ਲਿਮਿਟ, ਤਾਂ ਤੁਸੀਂ ਇਸਨੂੰ ਲਿਮਿਟ ਦੇ ਵਿੱਚ ਹੀ ਰੱਖੋਗੇ। ਐਜ਼ ਸਟਾਰਟਡ ਅਬਵ the answers do not need to be grammatically correct, just short answer, ਠੀਕ ਹੈ। ਨੈਕਸਟ ਕਹਿੰਦੇ ਡੋਂਟ ਗਿਵ ਯੂਅਰ ਓਪੀਨੀਅਨ, ਜਸਟ ਦਾ ਆਨਸਰ ਇਨ ਦਾ ਟੈਕਸਟ। ਆਪਣਾ ਓਪੀਨੀਅਨ ਨਹੀਂ ਦੇਣਾ ਹੁੰਦਾ। ਕੀਵਰਡਸ ਇਨ ਦਾ ਕੁਐਸਚਨ ਵਿਲ ਨਾਰਮਲੀ ਬੀ ਨਾਊਨਸ ਔਰ ਨਾਊਨ ਫਰੇਜ਼ਸ, ਠੀਕ ਹੈ। ਨਾਰਮਲੀ ਕਹਿੰਦੇ ਜਾਂ ਤਾਂ ਨਾਊਨਸ ਹੁੰਦੇ ਆ ਜਾਂ ਨਾਊਨ ਫਰੇਜ਼ਸ ਹੁੰਦੇ ਆ। ਵੈਨ ਯੂ ਫਾਈਂਡ ਯੂਅਰ ਕੀਵਰਡਸ ਆਲਵੇਜ਼ ਥਿੰਕ ਸਿਨੋਨਿਮਸ ਐਂਡ ਪੈਰਾਫਰੇਜ਼ਸ। ਸਭ ਤੋਂ ਮੇਨ ਇੰਪੋਰਟੈਂਟ ਹੀ ਰੀਡਿੰਗ ਦੇ ਵਿੱਚ ਕੀ ਆ, ਅਗਰ ਤੁਸੀਂ ਸਮਝ ਪਾ ਰਹੇ ਹੋ ਕਿ ਸਾਨੂੰ ਇਸ ਵਰਡ ਦਾ ਸਿਨੋਨਿਮ ਇਹ ਮਿਲ ਸਕਦਾ ਜਾਂ ਪੈਰਾਫਰੇਜ਼ ਇਹ ਹੋ ਸਕਦੀ ਆ, ਤਾਂ ਤੁਹਾਨੂੰ ਆਨਸਰ ਫਾਈਂਡ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ। ਸਟ੍ਰੈਟਜੀ ਕੀ ਹੈ, ਹੁਣ ਇਹਨੂੰ ਕਰਨਾ ਕਿੱਦਾਂ, ਅਪਲਾਈ ਕਿੱਦਾਂ ਕਰਨਾ। ਕਹਿੰਦੇ ਰੀਡ ਦਾ ਇੰਸਟਰਕਸ਼ਨਸ ਕੇਅਰਫੁਲੀ ਐਂਡ ਨੋਟ ਦਾ ਵਰਡ ਲਿਮਿਟ। ਪਹਿਲੀ ਗੱਲ ਤਾਂ ਕਹਿੰਦੇ ਇੰਸਟਰਕਸ਼ਨਸ ਜ਼ਰੂਰ ਰੀਡ ਕਰਨੀ ਹੈ, ਦੈਨ ਜੋ ਵਰਡ ਲਿਮਿਟ ਹੈ ਉਸਨੂੰ ਅੰਡਰਲਾਈਨ ਕਰ ਲਓ। ਰੀਡ ਐਂਡ ਅੰਡਰਸਟੈਂਡ ਦਾ ਕੁਐਸਚਨਸ, ਤੁਸੀਂ ਰੀਡ ਕਰੋ, ਕੁਐਸਚਨਸ ਨੂੰ ਅੰਡਰਸਟੈਂਡ ਕਰੋ। ਥਿੰਕ ਅਬਾਊਟ ਦਾ ਇਨਫੋਰਮੇਸ਼ਨ ਯੂ ਵਿਲ ਨੀਡ ਟੂ ਫਾਈਂਡ। ਜੋ ਤੁਹਾਨੂੰ ਰਿਕੁਆਇਰਮੈਂਟ ਮੰਗੀ ਗਈ ਹੈ ਕੁਐਸਚਨ 'ਚ, ਕਹਿੰਦੇ ਉਹਦੇ ਬਾਰੇ ਸੋਚੋ। ਅੰਡਰਲਾਈਨ ਐਨੀ ਕੀਵਰਡਸ ਇਨ ਦਾ ਕੁਐਸਚਨ, ਅੰਡਰਲਾਈਨ ਕਰ ਲਓ। ਥਿੰਕ ਅਬਾਊਟ ਸਿਨੋਨਿਮਸ ਔਰ ਪੈਰਾਫਰੇਜ਼ਸ ਫॉर these keywords। ਸਭ ਤੋਂ ਮੇਨ ਹੀ ਇਹ ਗੱਲ ਹੈ ਕਿ ਸਿਨੋਨਿਮਸ ਤੁਹਾਨੂੰ ਕਿਸ ਚੀਜ਼ ਦਾ ਕੀ ਮਿਲ ਸਕਦਾ, ਠੀਕ ਹੈ। ਜਿਵੇਂ ਕੈਟਾਗਰੀਜ਼ ਦੇ ਲਈ ਤੁਹਾਨੂੰ ਟਾਈਪਸ ਵਗੈਰਾ ਦਿੱਤਾ ਹੋ ਸਕਦਾ। ਨੈਕਸਟ ਫਾਈਂਡ ਪਾਰਟ ਆਫ ਦਾ ਟੈਕਸਟ ਕੁਐਸਚਨ 1 ਰਿਲੇਟਸ ਟੂ, ਠੀਕ ਹੈ। ਫਿਰ ਪਾਰਟ ਲਾਈਕ ਦੇਖੋ ਕਿ ਕਿਹਦੇ ਨਾਲ ਰਿਲੇਟ ਕਰ ਰਿਹਾ। ਰੀਡ ਕੁਐਸਚਨ ਅਗੇਨ, ਫਿਰ ਕੁਐਸਚਨ ਨੂੰ ਅਗੇਨ ਰੀਡ ਕਰੋ, ਲੋਕੇਸ਼ਨ ਮਿਲ ਜਾਂਦੀ ਆ। ਰੀਡ ਦਾ ਸੈਕਸ਼ਨ ਕੰਟੇਨਿੰਗ ਦਾ ਆਨਸਰ ਕੇਅਰਫੁਲੀ ਐਂਡ ਆਈਡੈਂਟੀਫਾਈ ਆਨਸਰ। ਉਹਨੂੰ ਕਹਿੰਦੇ ਕੇਅਰਫੁਲੀ ਰੀਡ ਕਰੋ। ਨੈਕਸਟ ਹੈ ਕੰਟੀਨਿਊ ਵਿਦ ਨੈਕਸਟ ਕੁਐਸਚਨ ਐਂਡ ਰਿਪੀਟ ਅੰਟਿਲ ਫਿਨਿਸ਼ਡ। ਕੰਟੀਨਿਊ ਰੱਖੋ ਕਹਿੰਦੇ ਨੈਕਸਟ ਕੁਐਸਚਨ ਨਾਲ ਐਂਡ ਰਿਪੀਟ ਅੰਟਿਲ ਫਿਨਿਸ਼ਡ, ਮਤਲਬ ਕਿ ਇੱਕ ਵਾਰੀ ਦੁਬਾਰਾ ਰੀਚੈਕਿੰਗ ਕਰੋ। ਸੋ ਹੁਣ ਇਸ ਤੋਂ ਬਾਅਦ ਕੁਛ ਕੁਐਸਚਨਸ ਦਿੱਤੇ ਗਏ ਨੇ, ਇਹ ਤੁਹਾਨੂੰ ਛੋਟਾ ਜਿਹਾ ਇੱਕ ਪੈਰਾਗ੍ਰਾਫ ਹੈ ਫॉर ਪ੍ਰੈਕਟਿਸ ਦੇ ਲਈ, ਸਿੰਪਲ ਪ੍ਰੈਕਟਿਸ ਦੇ ਲਈ ਸਿੰਪਲ ਕੁਐਸਚਨ ਲਏ ਆ, ਸਿੰਪਲ ਹੀ ਤੁਹਾਨੂੰ ਹੋਮਵਰਕ ਦੇ ਵਿੱਚ ਦਿੱਤੇ ਗਏ ਨੇ। ਸੋ ਹੁਣ ਜਿਹੜਾ ਫੋਰਥ ਕੁਐਸਚਨ ਹੈ, ਫੋਰਥ ਕੁਐਸਚਨ ਕੀ ਕਹਿ ਰਿਹਾ, ਆਪਾਂ ਪਹਿਲਾਂ ਸਾਰੇ ਇੱਕ ਵਾਰੀ ਕੁਐਸਚਨਸ ਰੀਡ ਕਰ ਲਾਂਗੇ। ਕੁਐਸਚਨ ਫੋਰਥ ਕਹਿ ਰਿਹਾ ਹੈ ਵਟ ਹੈਜ਼ ਬੀਨ ਫਾਊਂਡ ਇਨ ਸਮ ਫੈਂਸੀ ਫੂਡਸ ਪ੍ਰੋਡਕਟਸ। ਫਾਊਂਡ ਦੀ ਗੱਲ ਹੋ ਰਹੀ ਹੈ ਕਿ ਕੀ ਕਹਿੰਦੇ ਫਾਊਂਡ ਕੀਤਾ ਗਿਆ, ਵਟ ਹੈਜ਼ ਬੀਨ ਫਾਊਂਡ ਇਨ ਸਮ ਫੈਂਸੀ। ਸੋ ਆਪਾਂ ਨੂੰ ਪਤਾ ਲੱਗ ਰਿਹਾ ਕਿ ਮੇਨ ਕੁਐਸਚਨ ਦੀ ਰਿਕੁਆਇਰਮੈਂਟ ਇੱਥੇ ਫਾਊਂਡ 'ਤੇ ਆ, ਠੀਕ ਹੈ। ਫਿਫਥ ਕੁਐਸਚਨ ਹੈ ਕਹਿੰਦੇ ਵੇਅਰ ਕੈਨ ਯੂ ਫਾਈਂਡ ਦਾ ਬੈਚ ਨੰਬਰ ਔਨ ਦਾ ਜਾਰਸ। ਸੋ ਤੁਸੀਂ ਕਹਿੰਦੇ ਕਿੱਥੇ ਫਾਈਂਡ ਕਰ ਸਕਦੇ ਹੋ, ਵੇਅਰ ਕੈਨ ਯੂ ਫਾਈਂਡ, ਇਹਦੇ ਵਿੱਚ ਵੀ ਫਾਈਂਡ ਦੀ ਹੀ ਹੋ ਰਹੀ ਹੈ, ਲੇਕਿਨ ਇੱਥੇ ਸੀ ਵਟ, ਇੱਥੇ ਆ ਵੇਅਰ। ਸਿਕਸਥ ਕੁਐਸਚਨ ਹੈ ਆਪਣਾ ਹਾਊ ਮੱਚ ਵਿਲ ਯੂ ਰਿਸੀਵ ਫॉर ਐਨ ਓਪਨ ਜਾਰ ਆਫ ਕੰਟੈਮੀਨੇਟਡ ਚਿਕਨ ਕਰੀ। ਸੋ ਕਹਿੰਦੇ ਕਿੰਨਾ ਤੁਸੀਂ ਰਿਸੀਵ ਕਰੋਗੇ, ਹਾਊ ਮੱਚ ਵਿਲ ਯੂ ਰਿਸੀਵ। ਸੋ ਇੱਥੇ ਕੁਛ ਮਨੀ ਦੀ ਹੋਊਗੀ, ਅਮਾਊਂਟ ਆ ਜਾਏਗੀ। Next, if you have eaten chicken curry from a jar with one of the batch numbers listed, whom should you contact? So ਤੁਹਾਨੂੰ ਕਿਸ ਨਾਲ ਕਹਿੰਦੇ ਲਾਈਕ ਕੰਟੈਕਟ ਕਰਨਾ ਚਾਹੀਦਾ, ਠੀਕ ਹੈ। ਸਿਚੁਏਸ਼ਨ ਦੇਤੀ ਇਹਨਾਂ ਨੇ। ਨੈਕਸਟ ਹੈ ਜਾਂ ਤਾਂ ਕੋਈ ਇੱਥੇ ਪਰਸਨ ਆ ਜਾਏਗੀ ਜਾਂ ਫਿਰ ਕੋਈ ਕੰਪਨੀ ਜਾਂ ਕੋਈ ਆਰਗੇਨਾਈਜੇਸ਼ਨ, ਲਾਈਕ ਕੋਈ ਪਰਸਨ ਦੀ ਮੋਸਟਲੀ ਚਾਂਸ ਨੇ ਕਿ ਕਿਸ ਨਾਲ ਹੋਮ ਵਰਡ ਆ ਗਿਆ।
ਨੈਕਸਟ ਹੈ ਅਗਰ ਹੂ ਵੀ ਹੁੰਦਾ ਤਾਂ ਵੀ ਸੇਮ ਹੀ ਰਹਿਣੀ ਸੀ ਆਪਣੀ। 8th ਆਨਸਰ ਦਿੱਤਾ ਹੋਇਆ ਕੁਐਸਚਨ ਹੈ ਜਿਹੜਾ ਆਪਾਂ ਨੂੰ, ਕਹਿੰਦੇ ਵਟ ਇਜ਼ ਦਾ ਮੈਕਸੀਮਮ ਰਿਵਾਰਡ ਫੈਂਸੀ ਫੂਡਸ ਇਜ਼ ਆਫਰਿੰਗ ਫॉर ਇਨਫੋਰਮੇਸ਼ਨ ਅਬਾਊਟ ਹੂ ਕੰਟੈਮੀਨੇਟਿਡ ਦੇਅਰ ਪ੍ਰੋਡਕਟ। ਸੋ ਕਹਿੰਦੇ ਮੈਕਸੀਮਮ ਰਿਵਾਰਡ ਕੀ ਆ। ਸੋ ਇੱਥੇ ਵੀ ਕੀ ਆ, ਮੈਕਸੀਮਮ ਪੁੱਛਿਆ ਗਿਆ, ਇਹ ਨਹੀਂ ਕਿ ਮਿਨੀਮਮ। ਠੀਕ ਆ, ਅਗਰ ਤੁਹਾਨੂੰ ਰੇਂਜ ਫॉर ਐਗਜ਼ਾਮਪਲ 5 ਇੱਥੇ ਤੁਹਾਨੂੰ ਦੇਤਾ 5 to 15 ਦੇਤਾ, ਤਾਂ ਉਹਨਾਂ ਨੇ 5 ਤਾਂ ਮਿਨੀਮਮ ਹੋ ਗਿਆ, 15 ਮੈਕਸੀਮਮ ਹੋ ਗਿਆ, ਤਾਂ ਆਨਸਰ ਤੁਹਾਡਾ 15 ਆਏਗਾ। ਠੀਕ ਹੈ, ਸੋ ਹੁਣ ਆਪਾਂ ਕੁਐਸਚਨ ਸਾਰੇ ਰੀਡ ਕਰ ਲਏ। ਹੁਣ ਆਪਾਂ ਨੇ ਦੁਬਾਰਾ 4th ਕੁਐਸਚਨ 'ਤੇ ਆਉਣਾ ਅਤੇ ਆਪਾਂ ਨੇ ਫਾਈਂਡ ਆਊਟ ਕਰਨਾ। 4th ਕੁਐਸਚਨ ਹੈ ਵਟ ਹੈਜ਼ ਬਿਨ ਫਾਊਂਡ ਇਨ ਸਮ ਫੈਂਸੀ ਫੂਡਸ ਪ੍ਰੋਡਕਟ। ਕੀ ਫਾਊਂਡ ਹੈ ਕਹਿੰਦੇ। ਸੋ ਹੁਣ ਆਪਾਂ ਪੈਰਾਗ੍ਰਾਫ 'ਤੇ ਆ ਜਾਵਾਂਗੇ। ਸਟਾਰਟਿੰਗ ਦੇ ਵਿੱਚ ਆਪਾਂ ਨੇ ਦੇਖਣਾ ਹੈ ਕਿ ਇੰਪੋਰਟੈਂਟ ਨੋਟਿਸ ਦਿੱਤਾ ਹੋਇਆ, ਪ੍ਰੋਡਕਟ ਰਿਟਰਨ ਦੀ ਗੱਲ ਹੋ ਰਹੀ ਆ। ਕੀ ਦਿੱਤਾ ਹੋਇਆ ਤੁਹਾਨੂੰ ਇੱਥੇ, ਫੈਂਸੀ ਫੂਡਸ ਵਿਸ਼ਿਜ਼ ਟੂ ਇਨਫੋਰਮ ਦ ਪਬਲਿਕ ਦੈਟ ਪੀਸਿਸ ਆਫ ਮੈਟਲ ਹੈਵ ਬੀਨ ਫਾਊਂਡ ਇਨ ਸਮ ਜਾਰਸ। ਸੋ ਕਹਿੰਦੇ ਕੀ ਫਾਊਂਡ ਹੋਇਆ, ਉਹਨਾਂ ਨੇ ਤੁਹਾਨੂੰ ਫਾਊਂਡ ਬਾਅਦ 'ਚ ਕਿਹਾ ਤਾਂ ਹੈਵ ਬੀਨ ਫਾਊਂਡ। ਸੋ ਫਾਊਂਡ ਕੀ ਹੋਇਆ, ਪੀਸਿਸ ਆਫ ਮੈਟਲ। ਸੋ ਆਨਸਰ ਕੀ ਆ ਜਾਏਗਾ ਤੁਹਾਡਾ। 4th ਦਾ ਕੁਐਸਚਨ ਵੀ ਇਹੀ ਸੀ, ਕਹਿੰਦੇ ਵਟ ਹੈਜ਼ ਬੀਨ ਫਾਊਂਡ ਇਨ ਸਮ ਫੈਂਸੀ ਫੂਡ ਪ੍ਰੋਡਕਟਸ ਦੀ ਜਗ੍ਹਾ ਇਹਨਾਂ ਨੇ ਰਿਪਲੇਸ ਵਰਡ ਕਰਤਾ ਸਮ ਜਾਰਸ ਦੇ ਨਾਲ। ਸੋ ਆਨਸਰ ਕੀ ਆ ਗਿਆ ਤੁਹਾਡਾ, ਪੀਸਿਸ ਆਫ ਮੈਟਲ। ਹੁਣ ਇਸੇ ਤਰ੍ਹਾਂ ਜੋ 5th ਕੁਐਸਚਨ ਹੈ, 5th ਕੁਐਸਚਨ ਕੀ ਹੈ, ਵੇਅਰ ਕੈਨ ਯੂ ਫਾਈਂਡ ਦਾ ਬੈਚ ਨੰਬਰ ਔਨ ਦਾ ਜਾਰਸ। ਵੇਅਰ ਕਿੱਥੇ ਉਹ ਕਰ ਸਕਦੇ ਹੋ। ਸੋ ਆਪਾਂ ਫਿਰ ਪੈਰਾਗ੍ਰਾਫ 'ਤੇ ਆ ਜਾਵਾਂਗੇ। ਆਪਾਂ ਇੱਕ ਲਾਈਨ ਰੀਡ ਕਰ ਲਈ ਸੀ। ਨੈਕਸਟ ਕਹਿੰਦੇ ਕੀ ਆ, the batches of the jars involved have numbers from J6617 to J6624. The batch number is printed on the bottom of the each jar. ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਥੋਂ ਆਪਣੀ ਲੋਕੇਸ਼ਨ ਹੋ ਗਈ। ਆਪਾਂ ਫਿਰ ਕੁਐਸਚਨ ਰੀਡ ਕਰਾਂਗੇ। ਕੁਐਸਚਨ ਹੈਗਾ ਵੇਅਰ ਕੈਨ ਯੂ ਫਾਈਂਡ ਦਾ ਬੈਚ ਨੰਬਰ ਔਨ ਦਾ ਜਾਰਸ। ਵੇਅਰ, ਸੋ ਜਾਰਸ ਦੀ ਗੱਲ ਹੋ ਗਈ। ਸੋ ਉਹਨਾਂ ਨੇ ਕਿੱਥੇ ਗਿਆ, ਕਹਿੰਦੇ ਫਾਈਂਡ ਦੀ ਜਗ੍ਹਾ ਉਹਨਾਂ ਨੇ ਕਹਿਤਾ ਕਿ ਪ੍ਰਿੰਟ ਕੀਤਾ ਹੋਇਆ, ਬਟ ਕਿੱਥੇ, ਔਨ ਦਾ ਬੋਟਮ। ਸੋ ਆਨਸਰ ਇਜ਼ ਔਨ ਦਾ ਬੋਟਮ। ਠੀਕ ਹੈ, ਸੋ ਇਹਦੇ ਵਿੱਚ ਕੀ ਆ ਗਿਆ, ਠੀਕ ਹੈ, ਔਨ ਦਾ ਬੋਟਮ ਤੁਹਾਡਾ ਆਨਸਰ ਆ ਜਾਏਗਾ। ਜੋ ਇਹਦੇ ਵਿੱਚ ਵਰਡ ਲਿਮਿਟ ਹੈ ਉਹ ਵੀ ਕੀ ਹੈ, ਨੋ ਮੋਰ ਦੈਨ 3 ਵਰਡਸ ਹੀ ਹੈ। ਠੀਕ ਹੈ, ਨੋ ਮੋਰ ਦੈਨ 3 ਵਰਡਸ ਦੇ ਅਕੋਰਡਿੰਗ ਆਪਾਂ ਨੇ ਇਹ ਆਨਸਰ ਕਰਨੇ ਆ। ਨੈਕਸਟ ਕੁਐਸਚਨ ਹੈ 6th ਕੁਐਸਚਨ ਕੀ ਦਿੱਤਾ ਗਿਆ ਤੁਹਾਨੂੰ, ਹਾਊ ਮਚ ਵਿਲ ਯੂ ਰਿਸੀਵ ਫॉर ਐਨ ਓਪਨ ਯਾਰ। ਸੋ ਕਿੰਨਾ ਰਿਸੀਵ ਹੈ ਨਾ, ਮਨੀ ਆ ਜਾਏਗੀ। ਸੋ ਆਪਾਂ ਦੇਖਦੇ ਹਾਂ ਹੁਣ ਇਨਫੋਰਮੇਸ਼ਨ, ਕਹਿੰਦੇ ਇਫ ਯੂ ਹੈਵ ਐਨੀ ਜਾਰਸ ਵਿਦ ਥੀਸ ਬੈਚ ਨੰਬਰਸ please return them preferably unopened to the supermarket where you purchased them. You can also return them to the factory, Fancy Foods retailers, Blacktown. Fancy Foods will pay $10 for each jar refunded unopened and $5 for each jar already opened. ਜਿਹੜੇ ਤਾਂ 10 ਹੈ ਉਹ ਤਾਂ ਅਨਓਪਨ ਦੇ ਲਈ ਹੈ ਐਂਡ 5 ਹੈ ਜੋ ਓਪਨ ਦੇ ਲਈ ਹੈ। ਸੋ ਆਪਾਂ ਹੁਣ ਕੁਐਸਚਨ ਦੇਖੀਏ ਆਪਣਾ 6th ਕੁਐਸਚਨ ਕੀ ਕਹਿ ਰਿਹਾ ਸੀ, ਕਹਿੰਦੇ ਕਿੰਨਾ ਪਏਗਾ ਨਾ ਓਪਨ ਦੇ ਲਈ। ਸੋ ਓਪਨ ਦੇ ਲਈ ਜੇ ਹੁਣ ਆਪਾਂ ਦੇਖਿਆ ਜਾਈਏ ਇੱਥੇ ਕਨਫਿਊਜ਼ ਕਰਤਾ ਸੀ ਉਹਨਾਂ ਨੇ, ਇੱਕ ਅਨਓਪਨ ਦੇਤਾ ਇੱਕ ਓਪਨ ਦੇਤਾ। ਸੋ ਆਨਸਰ ਇਸ ਕੀ ਆ ਜਾਊਗਾ, $5। ਠੀਕ ਹੈ, ਇਸੇ ਤਰ੍ਹਾਂ ਨੈਕਸਟ ਕੁਐਸਚਨ 7 ਕਹਿੰਦੇ ਇਫ ਯੂ ਹੈਵ ਈਟਨ ਚਿਕਨ ਕਰੀ ਫਰੋਮ ਅ ਜਾਰ ਵਿਦ ਵਨ ਆਫ ਦਾ ਬੈਚ ਨੰਬਰਸ ਲਿਸਟਡ ਹੋਮ ਸ਼ੁੱਡ ਯੂ ਕੰਟੈਕਟ। ਸੋ ਇਹਦੀ ਲੋਕੇਸ਼ਨ ਫਾਈਂਡ ਆਊਟ ਕਰਦੇ ਹਾਂ। ਹੁਣ ਇੱਥੇ ਆਪਾਂ ਕਿਹਾ ਸੀ ਸੀਕੁਐਂਸ 'ਚ ਚੱਲਣੇ ਆ। ਸੋ ਕਹਿੰਦੇ ਨੋ ਪੇਮੈਂਟ ਵਿਲ ਬੀ ਮੇਡ ਫॉर ਐਮਟੀ ਜਾਰਸ which do not need to be returned. However, the retailing manager will be interested to hear from people who have consumed chicken curry from any of the above batch numbers. So ਕਹਿੰਦੇ ਕਿਹਦੇ ਨਾਲ ਉਹ ਕਰਨੀ ਪਊਗੀ, retailing manager will be interested to hear from people. ਕੌਣ ਇੰਟਰਸਟਡ ਹੈ, ਕਹਿੰਦੇ retailing manager ਨੂੰ ਮਤਲਬ ਕਿ ਉਹ ਇੰਟਰਸਟਡ ਹੈ ਵੀ ਉਹ ਲੋਕਾਂ ਦੀ ਗੱਲ ਸੁਣੇਗਾ ਜੋ ਕੰਜ਼ਿਊਮ ਹੁੰਦਾ, ਖਪਤ ਕਰਨਾ। ਠੀਕ ਹੈ, ਜੋ ਈਟ ਕਰ ਚੁੱਕੇ ਨੇ ਚਿਕਨ ਕਰੀ। ਸੋ ਇੱਧਰ ਵੀ ਹੋਮ ਵਰਡ ਲੱਗਿਆ ਸੀ। ਸੋ ਆਨਸਰ ਕਿਹੜਾ ਆ ਜਾਏਗਾ, ਹੁਣ ਆਪਾਂ ਇੱਥੇ ਕਿਹੜਾ ਚੂਜ਼ ਕਰਾਂਗੇ, ਰਿਟੇਲਿੰਗ ਮੈਨੇਜਰ। ਹੂ ਲੱਗਿਆ ਹੋਵੇ, ਹੋਮ ਲੱਗਿਆ ਹੋਵੇ ਤਾਂ ਮੋਸਟ ਪ੍ਰੋਬੇਬਲੀ ਆਨਸਰ ਕਿਸੇ ਪਰਸਨ ਦਾ ਨੇਮ, ਕੋਈ ਪਰਸਨ ਦੀ ਪੋਸਟ, ਠੀਕ ਹੈ, ਜਾਂ ਉਹ ਪੋਜੀਸ਼ਨ ਸ਼ੋ ਕਰੇਗਾ। ਠੀਕ ਹੈ, ਨੈਕਸਟ ਹੈ ਲਾਸਟ ਆਪਣਾ 8th ਕੁਐਸਚਨ, ਕਹਿੰਦੇ ਵਟ ਇਜ਼ ਦਾ ਮੈਕਸੀਮਮ ਰਿਵਾਰਡ
fancy foods is offering for information about who contaminated their product? ਮੈਕਸੀਮਮ ਰਿਵਾਰਡ। ਹੁਣ ਰਿਵਾਰਡ ਦੇ ਲਈ ਆਪਾਂ ਨੇ ਲਾਸਟ ਪੈਰਾਗ੍ਰਾਫ ਰੀਡ ਕਰਨਾ। ਰਿਵਾਰਡ ਦੀ ਗੱਲ ਕਰਤੀ, ਕਹਿੰਦੇ ਫੈਂਸੀ ਫੂਡਸ ਵਿਲ ਪੇ ਆ ਰਿਵਾਰਡ ਆਫ $10,000 to $50,000 ਫॉर ਇਨਫੋਰਮੇਸ਼ਨ, ਵਿੱਚ ਅੱਗੇ ਆਪਾਂ ਨੂੰ ਰੀਡ ਹੀ ਨਹੀਂ ਜ਼ਰੂਰਤ ਕਰਨ ਦੀ, ਠੀਕ ਹੈ, ਵੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗਾ ਵੀ ਆਪਾਂ ਅੱਗੇ ਰੀਡ ਕਰੀਏ, ਬਿਕੋਜ਼ ਕਿਉਂਕਿ ਆਪਾਂ ਨੂੰ ਉਹਨਾਂ ਨੇ ਮੈਕਸੀਮਮ ਪੁੱਛਿਆ ਸੀ ਕੁਐਸਚਨ ਦੇ ਵਿੱਚ। ਮੈਕਸੀਮਮ ਤਾਂ ਮੈਂ ਐਗਜ਼ਾਮਪਲ ਪਹਿਲਾਂ ਹੀ ਦੱਸ ਚੁੱਕੀ ਸੀਗੀ, ਇੱਥੇ 10 to ਲੈ ਕੇ 50,000 ਹੈ, ਸੋ ਆਨਸਰ ਕੀ ਆ ਜਾਏਗਾ ਤੁਹਾਡਾ $50,000। ਠੀਕ ਹੈ ਫਰੈਂਡਸ। ਸੋ ਇਸੇ ਤਰ੍ਹਾਂ ਇਹ ਵਾਲੇ ਕੁਐਸਚਨ ਹਮੇਸ਼ਾ ਹੀ ਸੀਕੁਐਂਸ ਦੇ ਵਿੱਚ ਹੋਣਗੇ, ਚਾਹੇ 1 ਵਰਡ ਹੈ, ਚਾਹੇ no more than 3 words ਹੈ, ਚਾਹੇ no more than 2 words। ਸੋ ਆਪਾਂ ਅੱਜ ਫਸਟ ਟਾਈਪ ਕਰੀ ਹੈ, ਠੀਕ ਹੈ। ਨੈਕਸਟ ਹੈ ਜੀ ਫॉर ਪ੍ਰੈਕਟਿਸ ਦੇ ਲਈ ਮੈਂ ਤੁਹਾਨੂੰ ਕੁਝ ਕੁਐਸਚਨਸ ਦਿੱਤੇ ਆ, ਠੀਕ ਹੈ ਜੀ। ਸੋ ਤੁਸੀਂ ਖੁਦ ਅਟੈਂਪਟ ਕਰਨੇ ਆ, ਇਹ ਕੁਝ ਕੁਐਸਚਨਸ ਨੇ ਪ੍ਰੈਕਟਿਸ ਦੇ ਲਈ। ਐਂਡ ਇਹ ਇਸ ਦਾ ਪੈਰਾਗ੍ਰਾਫ ਦਿੱਤਾ ਹੋਇਆ, ਮਿਊਜ਼ੀਅਮ ਆਫ ਲੋਸਟ ਆਬਜੈਕਟਸ, ਠੀਕ ਹੈ। ਓਕੇ ਫਰੈਂਡਸ, ਇਹ ਸੀ ਆਪਣੀ ਅੱਜ ਦੀ ਕਲਾਸ। ਜਿਨ੍ਹਾਂ ਸਟੂਡੈਂਟਸ ਨੂੰ ਲਾਈਕ ਵਰਡਸ ਛੋਟੇ ਵੱਡੇ ਲੱਗ ਰਹੇ ਨੇ, ਸਮਝ ਨਹੀਂ ਆ ਰਿਹਾ, ਤਾਂ ਇਹ ਸਾਰਾ ਜਿਹੜੀ ਤੁਹਾਡੀ ਅੱਜ ਦੀ ਰੀਡਿੰਗ ਦੀ ਕਲਾਸ ਹੈ, ਇਹ ਤੁਹਾਨੂੰ ਮੇਰੀ ਵੈਬਸਾਈਟ 'ਤੇ ਵੀ ਮਿਲ ਜਾਏਗੀ, ਠੀਕ ਹੈ ਜੀ। ਐਂਡ ਤੁਸੀਂ ਇਸ ਦੇ ਆਨਸਰ ਨੇ ਜਿਹੜੇ, ਠੀਕ ਹੈ, ਉਹ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਭੇਜਿਓ। ਸੋ ਮੈਂ ਫਿਰ ਅਗੇਨ ਕਹਿ ਰਹੀ ਹਾਂ, ਇੰਗਲਿਸ਼ ਵਿਦ ਰੂਪ ਮੇਰੀ ਵੈਬਸਾਈਟ ਹੈ, ਠੀਕ ਹੈ, englishwithroop.com, ਠੀਕ ਹੈ। ਅਗਰ ਕਿਸੇ ਨੂੰ ਇਹਨਾਂ 'ਚ ਲਾਈਕ ਕੁਝ ਹੁੰਦਾ ਕਿ ਛੋਟਾ ਸਕਰੀਨ 'ਤੇ ਦਿਖ ਰਿਹਾ ਜੋ ਵੀ ਵਰਡਸ ਨੇ, ਠੀਕ ਹੈ, ਤਾਂ ਉਹ ਤੁਸੀਂ ਅਗਰ ਕਰੈਕਟ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੀ ਵੈਬਸਾਈਟ 'ਤੇ ਅਵੇਲੇਬਲ ਹੋ ਜਾਏਗਾ। ਓਕੇ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।